देश दुनिया च बसते पंजाबीओ खुशामदीद। मैं हरजिंदर सिंह रंधावा, तुस देख रहे हो पंजाब टैलीविजन और मेरे नाल ने सरदार नरिंदरपाल सिंह। सब तो पहला गुजारिश है कि साडी हैसीयत नूं नज़रअंदाज कर दिओ, जे कुछ रैलेवेंट लगे तो अगे जरूर वधा दिओ। पंजाब निसड़ सी भबके नाल उठदा है और अंदोलन दे विच सिरे दी बुलंदी सिरज दिंदा है। फिर संसियां च क्यों, निराशा क्यों? बहुत वड्डा सवाल है कि असीं ਜਿਹੜੇ ਕਦੇ ਹਾਰ ਨਹੀਂ ਮੰਨਦੇ ਔਰ ਸੀਨੇ ਦੇ ਵਿੱਚ ਜਜ਼ਬਿਆਂ ਦੀ ਮੱਗ ਦੀ ਅੱਗ ਲਈ ਫਿਰਦੇ ਆ। ਉਹ ਵੱਖਰੀ ਗੱਲ ਹੈ ਕਿ ਕਈ ਵਾਰੀ ਇਹੀ ਅੱਗ ਸਾਨੂੰ ਅੰਦਰੋਂ ਸਾੜ ਦਿੰਦੀ ਹੈ, ਸਾਨੂੰ ਹਰਾਉਣ ਵਾਲਾ ਕੋਈ ਨਹੀਂ। ਔਰ ਦੂਜੇ ਬੰਨੇ ਅੰਦੋਲਨਾਂ ਦੇ ਵਿੱਚ ਕਦੇ ਐਲਾਨੀਆਂ ਜਿੱਤ ਹਾਰ ਨਹੀਂ ਹੁੰਦੀ, ਤੇ ਫਿਰ ਕਾਹਦੇ ਲਈ ਨਿਰਾਸ਼ਾ ਦਾ ਆਲਮ? ਬੜਾ ਵੱਡਾ ਸਵਾਲ ਹੈ ਕਿ ਮਰੇ ਪਏ ਪੰਜਾਬ ਦੇ ਵਿੱਚੋਂ ਇੱਕ ਹੂਕ ਤੁਰਦੀ ਹੈ, ਸਾਰੇ ਦੇਸ਼ ਨੂੰ ਜਗਾ ਦਿੰਦੀ ਹੈ। ਅੰਦੋਲਨ ਦੇ ਵਿੱਚ ਨਵੇਂ ਤੋਂ ਨਵੇਂ ਦੌਰ ਆਉਂਦੇ ਨੇ। ਜਿੱਥੋਂ ਤੱਕ ਕੁਝ ਘਟਨਾਵਾਂ ਦਾ ਜ਼ਿਕਰ ਹੈ, ਇਹ ਇੰਜ ਨਾ ਵਾਪਰਦੀਆਂ ਕਿਸੇ ਹੋਰ ਰੂਪ 'ਚ ਵਾਪਰਦੀਆਂ। ਜਿਸ ਹਕੂਮਤ ਨਾਲ ਮੱਥਾ ਸੀ ਉਹਦੀ ਤਾਕਤ ਦਾ ਅੰਦਾਜ਼ਾ ਜੇ ਨਹੀਂ ਲਗਾ ਸਕਦੇ ਕਿਸਾਨ ਆਗੂ, ਤੇ ਫਿਰ ਮੇਰਾ ਖਿਆਲ ਹੈ ਕਿ ਇਸ ਤੋਂ ਵੱਡੀ ਨਾਅਹਲੀਅਤ ਵੀ ਕੋਈ ਨਹੀਂ ਹੋ ਸਕਦੀ। ਪਤਾ ਸੀ ਕਿ ਜਿਸ ਰਾਹ ਤੇ ਨੇ ਉਹ ਔਜੜਾ ਰਾਹ ਹੈ, ਬਿਲਕੁਲ ਜਿਸ ਰਾਹ ਤੇ ਤੁਰੇ ਹੈ। ਲੇਕਿਨ ਇੱਕ ਚੀਜ਼ ਬਹੁਤ ਵੱਡੀ ਹੈ ਕਿ ਹਕੂਮਤ ਗੋਡਿਆਂ ਭਾਰ ਹੋਊਗੀ। ਕੀ ਇਹ ਜਿੱਤ ਨਹੀਂ ਸੀ? ਪੰਜਾਬ ਦੀ ਸਿਆਸੀ ਦ੍ਰਿਸ਼ ਵਾਲੀ ਹਾਸ਼ੀਏ ਤੇ ਚਲੇ ਗਏ ਲੋਕ, ਕੀ ਉਹ ਜਿੱਤ ਨਹੀਂ ਸੀ? ਟੁੱਟੇ ਭੱਜੇ ਭਾਈਚਾਰੇ ਇਕੱਠੇ ਹੋ ਗਏ, ਕੀ ਉਹ ਜਿੱਤ ਨਹੀਂ ਸੀ? ਤੇ ਕੀ ਇੱਕ ਵਾਰੀ ਮੁੜ ਕੇ ਪੰਜਾਬ ਨੇ ਆਪਣੇ ਆਪ ਨੂੰ ਪਛਾਣਿਆ? ਇਸ ਤੋਂ ਵੱਡੀ ਜਿੱਤ ਕੀ ਹੋ ਸਕਦੀ ਹੈ? ਬੜਾ ਵੱਡਾ ਸਵਾਲ ਹੈ ਕਿ ਅੱਜ ਕਿਸਾਨੀ ਨਾਲ ਸੰਬੰਧਿਤ ਜੋ ਵਾਪਰ ਗਿਆ, ਆਉਣ ਵਾਲੇ 2 ਦਹਾਕਿਆਂ ਤੱਕ ਵੀ ਕੋਈ ਹਕੂਮਤ ਦਿੱਲੀ ਦੀ ਹੋਵੇ ਜਾਂ ਕਿਸੇ ਸਟੇਟ ਦੀ ਕਿਸਾਨੀ ਮਾਮਲਿਆਂ 'ਚ ਕੋਈ ਅਟਪਟਾ ਫੈਸਲਾ ਕਰਨ ਦੇ ਸਮਰੱਥ ਨਹੀਂ ਰਹੀ। ਇਹ ਬਹੁਤ ਵੱਡੀ ਜਿੱਤ ਆ। ਅੱਜ ਤੁਸੀਂ ਕਹਿੰਦੇ ਹੋ ਕਿ ਸਾਲ ਜਾਂ 1.5 ਸਾਲ ਜਾਂ 2 ਸਾਲ ਲਈ ਸਸਪੈਂਡ ਕਰਨ ਨੂੰ ਤਿਆਰ ਆ। ਮੈਂ ਕਹਿੰਦਾ ਜੇ ਗਵਰਨਮੈਂਟ 4 ਮਹੀਨੇ ਲਈ ਵੀ ਸਸਪੈਂਡ ਕਰ ਦੇਵੇ, ਉਸ ਤੋਂ ਬਾਅਦ ਉਹ ਲਾਗੂ ਨਹੀਂ ਕਰੂਗੀ, ਕਦੇ ਇੱਧਰ ਦੇਖੂਗੀ ਵੀ ਨਹੀਂ। ਜਿੰਨੀ ਤੁਹਾਡੀ ਤਾਕਤ ਗਵਰਨਮੈਂਟ ਨੇ ਦੇਖ ਲਈ ਹੈ, ਇਸ ਤੋਂ ਬਾਅਦ ਇਹ ਗਵਰਨਮੈਂਟ ਤਾਂ ਕੀ ਹੋਰ ਵੀ ਕੋਈ ਗਵਰਨਮੈਂਟ ਇਸ ਤਰ੍ਹਾਂ ਦੇ ਬਿੱਲ ਨਾ ਲਿਆਊਗੀ, ਨਾ ਕਲਪਨਾ ਕਰੂਗੀ। ਕਿਉਂਕਿ ਸੱਤਾਧਾਰੀਆਂ ਲਈ ਸੱਤਾ ਉਹੀ ਉਵੇਂ ਹੀ ਬੋਤਲ ਦੇ ਜਿੰਨ ਵਰਗੀ ਹੁੰਦੀ, ਬਿਲਕੁਲ ਜਿਹਨੂੰ ਕਦੇ ਕੋਈ ਨਹੀਂ ਬਾਹਰ ਕੱਢਦਾ। ਅੰਦੋਲਨਾਂ ਦੇ ਰੂਪ ਦੇ ਵਿੱਚ ਸੱਤਾ ਜਿਹੜੀ ਆ ਇਹ ਇਹਨਾਂ ਲਈ ਜਿਵੇਂ ਅੱਜ ਦੇ ਦਿਨ ਦੇ ਵਿੱਚ ਸਥਿਤੀ ਬਣੀ ਆ, ਉਹਨੂੰ ਬਣਾਉਣ ਵਾਲੇ ਤੁਸੀਂ ਹੋ। ਤੇ ਫਿਰ ਨਿਰਾਸ਼ਾ ਕਿਉਂ? ਇਸ ਜਿੱਤ ਨੂੰ ਸੈਲੀਬ੍ਰੇਟ ਕਰਨ ਦੀ ਬਜਾਏ ਅਸੀਂ ਇਸ ਤਰ੍ਹਾਂ ਦੀ ਤਕਲੀਫ ਦੇ ਵਿੱਚ ਵਿਚਰੀਏ, ਗੱਲ ਨਹੀਂ ਬਣਦੀ। ਸਰਦਾਰ ਸਾਹਿਬ, ਇੱਕ ਵਾਰੀ ਸਰਦਾਰ ਜਸਵੰਤ ਸਿੰਘ ਕਵਲ ਮੇਰੇ ਨਾਲ ਦੂਰਦਰਸ਼ਨ 'ਚ ਪ੍ਰੋਗਰਾਮ 'ਚ ਸੀ, ਔਰ ਉਸ ਪ੍ਰੋਗਰਾਮ ਤੋਂ ਬਾਅਦ ਅਸੀਂ ਉੱਥੇ ਚਿਕ ਢਾਬਾ, ਉਹਦੇ ਬਾਹਰ ਗੱਡੀ ਦੇ ਵਿੱਚ ਸ਼ਾਮ ਵਧੀਆ ਇੰਜੋਏ ਕਰ ਰਹੇ ਸੀ। ਉਹਨਾਂ ਦਾ ਪੁੱਤਰ ਸਰਦਾਰ ਸਰਬਜੀਤ ਸਿੰਘ ਵੀ ਨਾਲ ਸੀ, ਉਹ ਗਵਾਹ ਨੇ ਇਸ ਗੱਲ ਦੇ। ਮੈਂ ਉਹਨਾਂ ਨੂੰ ਪੁੱਛਿਆ ਕਵਲ ਸਾਹਿਬ ਨੂੰ, ਮੈਂ ਕਿਹਾ ਕਵਲ ਸਾਹਿਬ ਤੁਸੀਂ ਲਹਿਰਾਂ ਦੇ ਨਾਲ ਬਦਲਦੇ ਰਹੇ, ਤੁਹਾਡੀ ਹਰ ਲਿਖਤ ਜਿਹੜੀ ਲਹਿਰ ਆਉਂਦੀ ਹੈ, ਜਿਸ ਤਰ੍ਹਾਂ ਦਾ ਸਮਾਂ ਆਉਂਦਾ, ਉਹ ਮੈਨੂੰ ਕਹਿੰਦੇ ਤੈਨੂੰ ਮੈਂ ਜਿਉਂਦਾ ਜਾਗਦਾ ਚੰਗਾ ਨਹੀਂ ਲੱਗਦਾ। ਜੇ ਸਮੇਂ ਨਾਲ ਬਦਲੇ ਹੀ ਨਾ ਤੇ ਫਿਰ ਕੀ ਬਦਲੇ? ਸੋ ਮੈਨੂੰ ਇੰਝ ਲੱਗਦਾ ਹੈ ਕਿ ਅਸੀਂ ਕਈ ਵਾਰੀ ਇਹ ਲਕਬ ਦੂਜਿਆਂ ਲਈ ਘੜ ਲੈਂਦੇ ਆ, ਕੌਣ ਕਿੱਥੇ ਆ, ਨਿਰਾਸ਼ ਹੋ ਜਾਂਦੇ ਆ, ਉਹ ਫਲਾਣਾ ਬਦਲ ਰਿਹਾ, ਇਹ ਕਿਉਂ ਬਦਲ ਰਿਹਾ। ਮੈਂ ਦੀਪ ਸਿੱਧੂ ਲਈ ਵੀ ਗੱਲ ਕਰਨਾ ਚਾਹੂੰਗਾ ਕਿ ਜਦੋਂ ਤੁਸੀਂ ਕਵੇਲੇ ਦਾ ਰਾਗ ਛੇੜੋਗੇ ਤੇ ਉਹਦਾ ਮੁੱਕਣਾ ਆਈਸੋਲੇਸ਼ਨ 'ਚ ਹੁੰਦਾ ਹੈ, ਉਹਨੇ ਆਈਸੋਲੇਸ਼ਨ ਦੇ ਵਿੱਚ ਹੀ ਜਾ ਕੇ ਖਤਮ ਹੋਣਾ ਹੁੰਦਾ ਹੈ। ਸੋ ਭਾਈ ਸਿੱਧੂ ਟਿਕ ਜਾ, ਬਹਿ ਜਾ, ਕੋਈ ਗੱਲ ਨਹੀਂ, ਹਾਲਾਤ ਬਦਲਦੇ ਰਹਿੰਦੇ। ਇਸ ਵੇਲੇ ਸਾਡੇ ਮਿੱਤਰ ਸੀਗੇ ਸੁਭਾਸ਼ ਕਲਾਕਾਰ, ਉਹ ਬੜਾ ਖੂਬਸੂਰਤ ਸ਼ੇਰ ਅਕਸਰ ਕਹਿੰਦੇ ਹੁੰਦੇ, ਫੌਤ ਹੋ ਗਏ, ਬੜੇ ਪਿਆਰੇ ਗਜ਼ਲਗੋ ਸੀਗੇ। ਖੋਬ ਦੇ ਖੰਜਰ ਦੁਬਾਰਾ ਖੋਬ ਦੇ, ਜ਼ਖਮ ਤੇ ਹੁਣ ਆ ਗਿਆ ਅੰਗੂਰ ਹੈ। ਪੰਜਾਬ ਨਾਲ ਸੰਬੰਧਿਤ ਹਾਲਾਤ ਐਸੇ ਰਹੇ, ਇੱਕ ਤੋਂ ਵੱਧ ਇੱਕ ਵਾਰ ਜਿਹੜੀ ਮਾਰ ਵੱਜਦੀ ਰਹੀ ਹੈ, ਕਦੇ ਇਹ ਨਸੂਰ ਬਣਿਆ ਰਿਹਾ। ਲੇਕਿਨ ਅੱਜ ਜੇ ਕੋਈ ਫਿਰ ਇੱਕ ਵਾਰੀ ਜ਼ਖਮ ਭਰਨ ਲੱਗੇ ਸੀ, ਨਵੇਂ ਜ਼ਖਮ ਮਿਲੇ ਆ, ਲੇਕਿਨ ਪੰਜਾਬੀਆਂ ਨੂੰ ਹੁਣ ਆਪਾ ਪਛਾਣ ਕੇ ਇਸ ਧਰਤੀ ਦੇ ਉੱਤੇ ਕੁਝ ਚੰਗੀਆਂ ਚੀਜ਼ਾਂ ਵੱਲ ਤੁਰਨਾ ਚਾਹੀਦਾ, ਬਜਾਏ ਇਹਦੇ ਏਡੀ ਵੱਡੀ ਪ੍ਰਾਪਤੀ ਤੋਂ ਨਿਰਾਸ਼ਾ ਦੇ ਆਲਮ 'ਚ ਨਹੀਂ ਡੁੱਬਣਾ ਚਾਹੀਦਾ। ਕਿਸਾਨ ਆਗੂਆਂ ਦੀ ਬਾਡੀ ਲੈਂਗੁਏਜ ਤੋਂ ਇੰਜ ਲੱਗਿਆ ਜਿਵੇਂ ਉਹਨਾਂ ਨੂੰ ਕੋਈ ਹੇਰਵਾ ਖਾ ਰਿਹਾ, ਜਿਵੇਂ ਉਹਨਾਂ ਨੂੰ ਕੋਈ ਗਲਤੀ ਖਲ ਰਹੀ ਆ। ਕਿਸੇ ਦੀ ਕੋਈ ਗਲਤੀ ਨਹੀਂ। ਜੇ ਇੰਜ ਨਾ ਹੁੰਦਾ ਤੇ ਹਕੂਮਤ ਕਿਸੇ ਹੋਰ ਤਰੀਕੇ ਨਾਲ ਤੁਹਾਡੇ ਮੂਹਰੇ ਖੜਦੀ। ਇਹ ਸਵਾਲ ਬੜਾ ਵੱਡਾ ਹੈ। ਜਿੱਤ ਹੋ ਚੁੱਕੀ ਆ, ਹੁਣ ਜਿੱਤ ਨੂੰ ਸੈਲੀਬ੍ਰੇਟ ਕਰਨ ਦਾ ਮੌਕਾ ਹੈ। ਹੁਣ ਇਹ ਕਿਸੇ ਵੀ ਹੋਰ ਬਾਰਡਰ ਤੋਂ, ਕਿਸੇ ਹੋਰ ਸੂਬੇ ਦੇ ਲੀਡਰ ਤੋਂ
ਉਹ ਭਾਵੇਂ ਟਕੈਤ ਸਾਹਿਬ ਹੋਣ ਜਾਂ ਕੋਈ ਹੋਰ ਹੋਣ, ਜੇ ਉਹਦੇ ਰਾਹੀਂ ਵੀ ਕੋਈ ਅਨਾਉਂਸਮੈਂਟ ਹੁੰਦੀ ਆ, ਉਹ ਜਿੱਤ ਪੰਜਾਬੀਆਂ ਦੀ ਆ। ਦੇਸ਼ ਨੂੰ ਜਗਾਇਆ ਪੰਜਾਬ ਨੇ ਆ, ਸਰਹੱਦਾਂ ਦਿੱਲੀ ਦੀਆਂ ਤੱਕ ਪੰਜਾਬੀ ਗਏ ਆ, ਔਰ ਜੋ ਵਾਪਰਿਆ ਇਹਨੂੰ ਖੁਸ਼ੀ ਨਾਲ ਤਸਲੀਮ ਕਰਨਾ ਚਾਹੀਦਾ। ਜਦੋਂ ਵੀ ਦੇਸ਼ ਦੀ ਵੰਡ ਦੀ ਗੱਲ ਹੁੰਦੀ ਹੈ ਜੀ, ਇੱਕ ਤਲਖ ਸੱਚ ਸਾਹਮਣੇ ਆਉਂਦਾ ਕਿ ਸਿਰਫ 2 ਸੂਬਿਆਂ ਨੇ ਉਸ ਵੰਡ ਦਾ ਸੰਤਾਪ ਹੰਡਾਇਆ, ਇੱਕ ਪੰਜਾਬ, ਇੱਕ ਬੰਗਾਲ ਜੀ। ਬਾਕੀ ਸਾਰੇ ਜਿਹੜੇ 26-27 ਸੂਬੇ ਤੁਰੇ ਫਿਰਦੇ ਆ, ਇਹਨਾਂ ਨੂੰ ਨਹੀਂ ਪਤਾ ਵੰਡ ਕਿਸ ਬਲਾ ਦਾ ਨਾਂ ਸੀ। ਬੰਗਾਲ ਦੇ ਵਿੱਚ ਸਿਆਲਦਾ ਸਟੇਸ਼ਨ ਹੈ ਇੱਕ ਕਲਕੱਤੇ ਦੇ ਨਾਲ, ਉਸ ਸਟੇਸ਼ਨ ਨੇ ਘੱਟ ਤੋਂ ਘੱਟ ਕਹਿੰਦੇ 60 ਸਾਲ ਸ਼ਰਨਾਰਥੀ ਦੇਖੇ, ਜਿਹੜੇ ਬੰਗਲਾਦੇਸ਼ ਤੋਂ ਲੋਕ ਆਏ ਸੀ, ਬੰਗਾਲ ਤੋਂ ਆਏ ਸੀ ਇੱਧਰ ਹੋ ਕੇ ਵੰਡ ਦੌਰਾਨ, ਉਹ ਉੱਥੇ ਸ਼ਰਨਾਰਥੀ ਬਣ ਕੇ ਵੇਖੇ ਸਨ। ਲੇਕਿਨ ਪੰਜਾਬੀਆਂ ਦਾ ਹਿਰਦਾ ਦੇਖੋ, ਪੰਜਾਬੀਆਂ ਨੇ 1 ਮਹੀਨੇ ਵੀ ਆਪਣੇ ਆਪ ਨੂੰ ਸ਼ਰਨਾਰਥੀ ਨਹੀਂ ਖਵਾਇਆ। ਆ ਮਾਲਵੇ ਦੀ ਸਾਰੀ ਬੰਜਰ ਜ਼ਮੀਨ ਜਿਹੜੀ ਆ, ਇਹ ਇਹਨਾਂ ਪੰਜਾਬੀਆਂ ਦੇ ਆਪਣੇ ਖੂਨ ਪਸੀਨੇ ਨਾਲ ਸਿੰਜੀ ਹੋਈ ਹੈ। ਉਹਦੇ ਤੋਂ ਬਾਅਦ 37 ਸਾਲ ਬਾਅਦ ਤੁਹਾਡੇ ਸਾਹਮਣੇ ਆਉਂਦਾ ਜਿਹੜਾ ਸੰਘਰਸ਼, ਜਿਹਨੂੰ ਤੁਸੀਂ ਹੱਕੀ ਮੰਗਾਂ ਦੀ ਧਰਮ ਯੁੱਧ ਮੋਰਚਾ ਜਿਹਨੂੰ ਕਹਿੰਦੇ ਹੋ ਤੁਸੀਂ, ਉਹਦੇ ਵਿੱਚੋਂ ਕੀ ਨਿਕਲਦਾ? ਫਿਰ ਇੱਕ ਵਾਰੀ ਪੰਜਾਬ ਨੂੰ ਤੋੜਨ ਦਾ ਯਤਨ ਹੁੰਦਾ, ਪੰਜਾਬ ਟੁੱਟਦਾ, ਪੰਜਾਬੀਆਂ ਨੂੰ ਤੋੜਨ ਦੀ ਹਰ ਕੋਸ਼ਿਸ਼ ਹੋਈ, ਪੰਜਾਬ ਫਿਰ ਉੱਭਰਦਾ। ਤੇ 37 ਸਾਲ ਬਾਅਦ ਇਸੇ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਉਬਾਲ ਖਾਂਦੀ ਹੈ, ਆਪਣੇ ਜਾਇਆਂ ਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ, ਲਾਹੌਰ ਦੇ ਜੰਮਿਆਂ ਨੂੰ ਨਿਤ ਹਮੇਮਾ, ਡਰਦੇ ਕਾਨੂੰ ਜੇ ਸਾਹਮਣੇ ਖਲੋ ਜਾਓ। ਔਰ ਦੂਸਰੀ ਗੱਲ, ਜਿਹੜੀ ਕੌਮ ਮਾਰਸ਼ਲ ਕੌਮ ਗਿਣੀ ਜਾਂਦੀ ਆ, ਸਾਨੂੰ ਮਾਣ ਹੈ ਕਿ ਕਹਿੰਦੇ ਕਿ ਸਿੱਖ ਕੌਮ ਮਾਰਸ਼ਲ ਕੌਮ ਹੈ। ਦੁਨੀਆ 'ਚ 4 ਮਾਰਸ਼ਲ ਕੌਮਾਂ ਨੇ, ਜਿਨ੍ਹਾਂ 'ਚ ਇੱਕ ਸਿੱਖ ਕੌਮ ਨੇ। ਔਰ ਇਹ ਵੀ ਕਿਹਾ ਜਾਂਦਾ ਕਿ ਜਦੋਂ ਮੈਦਾਨ ਦੇ ਵਿੱਚ ਆ ਹੀ ਗਏ, ਫਿਰ ਗਿਰਤੇ ਹੈ ਸ਼ਾਹ ਸਵਾਰ ਹੀ ਮੈਦਾਨੇ ਜੰਗ ਮੇਂ, ਉਹ ਤਿਫਲ ਕਿਆ ਗਿਰੇ ਜੋ ਘੁਟਨੋਂ ਕੇ ਬਲ ਚਲੇ। ਬਿਲਕੁਲ ਬਿਲਕੁਲ। ਕਿੱਥੇ ਤੁਸੀਂ ਅੱਜ ਵੀ ਤੁਸੀਂ ਹੋ। ਅੱਜ ਜਦੋਂ ਵੀ ਕਿਸਾਨੀ ਦੀ ਗੱਲ ਤੁਰਦੀ ਆ, ਜਿੱਥੇ ਚਾਹੇ ਉਹ ਬਰਤਾਨੀਆ ਦੇ ਸੰਸਦ ਦੇ ਵਿੱਚ ਗੂੰਜਿਆ, ਚਾਹੇ ਕੈਨੇਡਾ ਦੀ ਸੰਸਦ ਗੂੰਜਿਆ, ਚਾਹੇ UN 'ਚ ਗੂੰਜਿਆ, ਉਹਨਾਂ ਨੇ ਕਿਹਾ ਨਹੀਂ, ਜਿਹੜੇ ਕਿਸਾਨ ਨੇ, ਤੇ ਜੇ ਵਾਕਿਆ ਹੀ ਪੰਜਾਬੀਓ ਅਸੀਂ ਕਿਸਾਨ ਹਾਂ, ਸਾਡੀ ਪਹਿਚਾਣ ਕਿਸਾਨ ਹੋਣ ਕਰਕੇ ਪਹਿਲਾਂ ਆ, ਤੇ ਫਿਰ ਜਿੱਤ ਕਿਸੇ ਹੋਰ ਦੀ ਨਹੀਂ ਹੈ, ਜਿੱਤ ਤੁਹਾਡੀ ਆ। ਤੁਹਾਨੂੰ ਕਿਸੇ ਨੇ ਇਹ ਨਹੀਂ ਸੀ ਪੁੱਛਿਆ ਕਿ ਭਾਈ ਪਰਖ ਲਿਓ, ਇਹ ਸਿਆਸੀ ਪਾਰਟੀ ਆ, ਦੇਖਿਓ ਭਲਾ ਸਾਥ ਦਿੱਤਾ ਨਹੀਂ ਦਿੱਤਾ। ਤੁਸੀਂ ਪਹਿਲਾਂ ਹੀ ਛਾਨਣਾ ਲਾ ਕੇ ਦੇਖ ਲਏ ਸੀ ਸਾਰੇ ਵੀ ਇਹ ਸਾਡੇ ਨਾਲ ਨਹੀਂ ਚੱਲ ਸਕਦੇ, ਸਾਡੇ ਨਾਲ ਇਹ ਬਜ਼ੁਰਗ ਚੱਲਣਗੇ, ਇਹ 4-4 ਮਹੀਨੇ 8-8 ਮਹੀਨੇ ਦੇ 2 ਚੁੰਗ ਦੇ ਬੱਚੇ ਚੱਲਣਗੇ, ਔਰ ਜਾਂ ਸਾਡੀ ਜਵਾਨੀ ਚੱਲੇਗੀ। ਤੇ ਹੁਣ ਜੋ ਕੁਝ ਅਸੀਂ ਦੇਖਦੇ ਹਾਂ, ਠੀਕ ਹੈ, ਰਾਕੇਸ਼ ਟਕੈਤ ਦੇ ਹੰਝੂ ਜਿਹੜੇ ਨੇ ਉਹ ਉੱਥੋਂ ਦੀ ਜਿਹੜੇ ਜਾਏ ਨੇ ਉਹਨਾਂ ਨੂੰ ਝੰਜੋੜਦੇ ਨੇ ਜੀ। ਲੀਡਰ ਦੀ ਇਹ ਖਾਸੀਅਤ ਹੋਣੀ ਚਾਹੀਦੀ ਆ ਵੀ ਉਹ ਖੰਘੇ ਵੀ ਤੇ ਪੂਰੇ ਮੁਲਕ ਨੂੰ ਉਹਦੀ ਖੰਘ ਦਾ ਅਹਿਸਾਸ ਹੋਣਾ ਚਾਹੀਦਾ। ਮੈਂ ਸਰਦਾਰ ਸਾਹਿਬ ਦੀ ਗੱਲ ਨੂੰ ਅੱਗੇ ਵਧਾਵਾਂ ਕਿ ਅਕਸਰ ਪੰਜਾਬੀਆਂ ਤੇ ਇਹ ਇਲਜ਼ਾਮ ਆਉਂਦਾ ਹੈ, ਅਸੀਂ ਕੋਈ ਕਿਤਾਬ ਪੜ੍ਹਦੇ ਹਾਂ ਤੇ ਉਹਦੇ ਤੇ ਰਾਏ ਬਣਾ ਲੈਂਦੇ ਕਿ ਇਹੀ ਅੰਤਮ ਹੈ, ਤੇ ਅਸੀਂ ਕਿਸੇ ਦੀ ਭਾਸ਼ਣ ਸੁਣਦੇ ਹਾਂ ਤੇ ਸਾਨੂੰ ਲੱਗਦਾ ਇਹ ਬਿਹਤਰ ਵਿਚਾਰ ਇਹੀ ਹੈ। ਅਸੀਂ ਕਦੇ ਵੀ ਮੁਕਾਬਲਤਨ ਸਟੱਡੀ ਨਹੀਂ ਕਰਦੇ, ਔਰ ਇਹੀ ਸਾਡੀ ਮੁਸ਼ਕਿਲ ਹੈ ਕਿ ਇੱਕ ਤੋਂ ਬਾਅਦ ਦੂਜੇ ਵਿਚਾਰ ਨੂੰ ਅਸੀਂ ਕੱਟਦੇ ਰਹਿੰਦੇ ਹਾਂ, ਤੇ ਅਸੀਂ ਵੀ ਉਹਨਾਂ ਵਿਚਾਰਾਂ ਨੂੰ, ਜਿਵੇਂ ਮੈਂ ਕੰਵਲ ਸਾਹਿਬ ਨੇ ਕਿਹਾ, ਬਦਲਦੇ ਰਹਿੰਦੇ ਹਾਂ। ਲੇਕਿਨ ਅਸੀਂ ਕਈ ਵਾਰੀ ਇੱਕ ਵਿਚਾਰ ਦੇ ਉੱਤੇ ਲੜਾਈ ਛੇੜ ਕੇ ਵੀ ਬਹਿ ਜਾਂਦੇ ਹਾਂ। ਹੁਣ ਸਵਾਲ ਇਸ ਤੋਂ ਵੱਡਾ ਹੈ ਕਿ ਇਹ ਜਿਹੜੀ ਜੰਗ ਹੱਕਾਂ ਦੀ ਸੀ, ਕਿਸਾਨੀ ਹੱਕਾਂ ਦੀ ਸੀ, ਇਸ ਜੰਗ ਦੇ ਵਿੱਚ ਪੂਰੇ ਨੰਬਰ ਲੈ ਕੇ ਸਾਬਤ ਕਦਮੀ ਪਾਸ ਹੋਏ ਨੇ ਪੰਜਾਬੀ। ਅਸਲ ਜੰਗ ਅਜੇ ਜਿਹਨੂੰ ਹੋਂਦ ਦੀ ਜੰਗ ਕਹਿੰਦੇ ਉਹ ਲੜਨੀ ਬਾਕੀ ਹੈ, ਜਿਹੜੀ ਆਪਣੀ ਸਰਜ਼ਮੀਨ ਤੇ ਲੜੀ ਜਾਣੀ ਹੈ, ਜਿਹਨੂੰ ਸਿਆਸਤ ਦੀ ਜੰਗ ਕਹਿੰਦੇ। ਹੁਣ ਤੱਕ ਸਭ ਤੋਂ ਵੱਡੀ ਧਿਰ ਰਾਜ ਕਰਦੀ ਧਿਰ ਰਹੀ ਹੈ, ਤੇ ਉਹ ਵਾਰੀ-ਵਾਰੀ ਰਾਜ ਕਰਦੀ ਰਹੀ ਹੈ। ਉਸ ਵਾਰੀ-ਵਾਰੀ ਰਾਜ ਕਰਨ ਵਾਲੀ ਧਿਰ ਨੇ ਕਈ ਰੂਪ ਬਦਲੇ ਨੇ, ਤੇ ਤੁਹਾਡਾ ਏਜੰਡਾ ਵੀ ਦਿੱਲੀੋਂ, ਬਾਰਡਰ ਤੋਂ, ਸਿੰਘੂ ਤੋਂ, ਟਿਕਰੀ ਤੋਂ ਇਹੋ ਹੀ ਸੀ ਕਿ ਜਿਹੜੀ ਸਿਆਸਤ ਪੰਜਾਬ ਨੂੰ ਲੁੱਟ ਲਤਾੜ ਕੇ ਪਰੇ ਬੈਠੀ ਆ, ਉਸ ਸਿਆਸਤ ਤੋਂ ਦੂਰੀ ਰੱਖਣੀ ਆ ਤੇ ਉਹਨੂੰ ਬਦਲਣਾ ਹੈ। ਔਰ ਜਦੋਂ ਵੱਡੇ ਲੀਡਰ ਇਹ ਕਹਿੰਦੇ ਰਹੇ ਆ ਕਿ ਸਿਆਸਤ ਨੂੰ ਸਵਾਲ ਕਰਨ ਵਾਲੇ ਪੈਦਾ ਅਸੀਂ ਕਰਤੇ ਲੋਕ,
ਸਿਆਸਤ ਨੂੰ ਸਵਾਲ ਹੋਣਗੇ ਤੇ ਉਹ ਸਵਾਲ ਅਜੇ ਹੋਣੇ ਨੇ। ਉਸ ਤੋਂ ਪਹਿਲਾਂ ਨਿਰਾਸ਼ਾ ਕਿਉਂ, ਇੱਕ ਫੇਲੀਅਰ ਦਾ ਅਹਿਸਾਸ ਵੀ ਕਿਉਂ? ਜਿੱਤ ਤਾਂ ਤੁਸੀਂ ਪਹਿਲੇ ਝੰਡੇ ਨਾਲ ਹੀ ਲਾਤੀ। ਉਹ ਝੰਡਾ ਜਿਹੜਾ ਇੱਥੋਂ ਲੈ ਕੇ ਕਿਸਾਨੀ ਦਾ ਤੁਸੀਂ ਸ਼ੰਭੂ ਮੋਰਚੇ ਤੋਂ ਤੁਰੇ ਸੀ, ਉਹ ਜਿੱਤ ਸੀ। ਅਸੀਂ ਲਾਲ ਕਿਲੇ ਦੀਆਂ ਘਟਨਾਵਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਉਹ ਕਿਵੇਂ ਹੋਈਆਂ, ਉਹ ਸਾਜ਼ਿਸ਼ ਸੀ, ਉਹ ਕੀ ਸੀ, ਉਹਨੂੰ ਛੱਡ ਲੈਂਦੇ ਆ, ਭੁੱਲ ਜਾਓ ਉਹਨੂੰ। ਹਾਂ, ਗਵਰਨਮੈਂਟ ਜਿਨ੍ਹਾਂ ਰਾਹਾਂ ਤੇ ਹੈ, ਉਹ ਸਭ ਤੋਂ ਸੌਖਾ ਰਾਹ ਉਹਦੇ ਲਈ ਹੈ ਕਿ ਆਪਣੀ ਹਕੂਮਤ, ਆਪਣੀ ਇੱਜ਼ਤ, ਆਪਣੀ ਈਗੋ, ਇਹਨੂੰ ਬਚਾਉਣਾ। ਲੇਕਿਨ ਤੁਸੀਂ ਕੋਈ ਈਗੋ ਰੱਖ ਕੇ ਨਹੀਂ ਸੀ ਤੁਰੇ, ਤੁਸੀਂ ਉਹਦੇ 'ਚ ਕਾਮਯਾਬ ਹੋਏ ਹੋ। ਤੁਸੀਂ ਅੰਦੋਲਨ ਨੂੰ ਦੇਸ਼ ਵਿਆਪੀ ਬਣਾਤਾ। ਹੁਣ ਤੁਹਾਡੇ ਘਰ ਮੁੜਨ ਦਾ ਵੇਲਾ ਹੈ। ਹੁਣ ਤੁਸੀਂ ਇਹ ਲੜਾਈ ਲੜੋ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਲੇਕਿਨ ਇਸ ਤੋਂ ਵੱਡੀ ਲੜਾਈ ਤੁਹਾਨੂੰ ਉਡੀਕਦੀ ਆ ਕਿ ਇਸ ਖਿੱਤੇ ਦੀ ਸਿਆਸਤ ਬਦਲਿਆਂ ਇੱਥੋਂ ਦੇ ਜਨ ਸਧਾਰਨ ਨੂੰ ਰਾਹਤ ਮਿਲ ਸਕਦੀ ਆ। ਸਿਸਟਮ ਨੂੰ ਤੁਸੀਂ ਜਿਹੜਾ ਸਿਆਸੀਕਰਨ 'ਚ ਝੋਕਿਆ ਪਿਆ ਸੀ, ਕਿਸੇ ਤੇ FIR ਹੋ ਗਈ, ਇਹ ਪੰਜਾਬੀਆਂ ਲਈ ਕੋਈ ਨਵੀਂ ਗੱਲ ਨਹੀਂ। ਜੇ ਦਿੱਲੀ 'ਚ ਵੀ ਹੋਈਆਂ, ਇੱਥੇ ਵੀ ਬਹੁਤ ਹੋਈਆਂ। ਸੋ ਜਿਹੜਾ ਸਿਆਸੀ ਬਦਲਾਖੋਰੀ ਨਾ ਥੱਲੇ ਆਮ ਬੰਦਾ ਪਿਸਦਾ, ਲੀਡਰ ਕਦੇ ਨਹੀਂ, ਸੱਤਾਧਾਰੀ ਕਦੇ ਨਹੀਂ ਪਿਸਦੇ, ਉਹਨਾਂ ਕੋਲ ਬਹੁਤ ਸਾਧਨ ਨੇ। ਲੇਕਿਨ ਇਹਨੂੰ ਬਦਲਣ ਲਈ ਤੁਹਾਡੇ ਕੋਲ ਇੱਕ ਹੀ ਰਸਤਾ ਸੀ ਕਿ ਤੁਸੀਂ ਇਸ ਮੁਹਿੰਮ ਦੇ ਵਿੱਚੋਂ ਲੋਕਾਂ ਦੇ ਅੰਦਰ ਭਰੇ ਜੋਸ਼ ਨਾਲ ਲੜਨ ਜੋਗੇ ਹੋ ਗਏ ਸੀ। ਤੇ ਤੁਹਾਡੀ ਨਿਰਾਸ਼ਾ ਦੇ ਵਿੱਚੋਂ ਜੇਕਰ ਫਿਰ ਪੰਜਾਬ ਨਿਸਲ ਹੁੰਦਾ ਹੈ, ਉਹਦੀ ਜ਼ਿੰਮੇਵਾਰੀ ਕਿਹਦੇ ਤੇ ਤੈਅ ਕਰਾਂਗੇ? ਸਰਦਾਰ ਸਾਹਿਬ, ਇਹ ਬੜਾ ਵੱਡਾ ਸਵਾਲ ਹੈ ਕਿ ਅਜੇ ਪੈਂਡਿੰਗ ਲੜਾਈ ਲੜੀ ਜਾਣੀ ਹੈ ਤੇ ਉਸ ਤੋਂ ਪਹਿਲਾਂ ਕਿਧਰੇ ਵੀ ਤੁਹਾਡੇ ਅੰਦਰ ਮਾਯੂਸੀ ਆਉਂਦੀ ਆ ਤੇ ਉਹ ਬਹੁਤ ਵੱਡੀ। ਦੇਖੋ ਰੰਧਾਵਾ ਜੀ, ਬੜਾ ਸਾਫ਼ ਹੈ। ਮੈਂ ਅੱਜ ਰਕੇਸ਼ ਟਕੈਤ ਦੀ ਜੀਵਨੀ ਬਾਰੇ ਇੱਕ ਛੋਟੀ ਜਿਹੀ ਝਲਕ ਪੰਜਾਬੀ ਦੇ ਅਖਬਾਰ ਨੇ ਲਿਖੀ ਆ। ਕਾਂਸਟੇਬਲ ਤੋਂ ਕਿਸਾਨ ਤੱਕ, ਕਿਸਾਨ ਨੇਤਾ ਤੱਕ ਜਦੋਂ ਪੜ੍ਹਦਾ ਆ ਤੇ ਉਹਦੇ 'ਚ ਉਤਰਾ ਚੜਾ ਆ। ਕਦੀ ਸਿਆਸਤ ਵੀ ਕੀਤੀ ਆ, ਕਦੀ ਕਿਸਾਨਾਂ ਲਈ ਜੰਗ ਵੀ ਲੜੀ ਆ ਜੀ। ਗੰਨਾ ਪੀੜਤਾਂ ਲਈ ਸਭ ਤੋਂ ਵੱਡੀ ਜੰਗ ਲੜਨ ਵਾਲਾ ਰਕੇਸ਼ ਟਕੈਤ। ਇੱਕ ਹੋਰ ਵਰਸ਼ਨ ਸੀ, ਕਹਿੰਦੇ ਸੀ ਫੇਸਬੁੱਕ ਤੇ ਸੀ ਕਿ ਦੇਖੋ ਇਸ ਬੰਦੇ ਨੇ ਬੜੀ ਜਾਇਦਾਦ ਬਣਾਈ, ਬਹੁਤ ਕੁਛ ਹੈ। ਹੁਣ ਇਹੋ ਹੀ ਜਿਹੜਾ ਰਕੇਸ਼ ਟਕੈਤ ਬਾਰੇ ਲਿਖਦਾ, ਉਹ ਕਹਿੰਦਾ ਕਿ 2014 ਦੀਆਂ ਲੋਕ ਸਭਾ ਇਲੈਕਸ਼ਨਾਂ 'ਚ ਰਕੇਸ਼ ਟਕੈਤ ਨੇ ਕਾਂਗਰਸ ਦੇ ਖਿਲਾਫ ਇੱਕ ਬੜਾ ਵੱਡਾ ਅੰਦੋਲਨ ਵਿੱਢਿਆ ਸੀ, ਪ੍ਰਦਰਸ਼ਨ ਕੀਤਾ ਸੀ, ਜਿਹਦੇ 'ਚ ਉਸ ਵੇਲੇ ਦੇ ਜਿਹੜੇ ਤੁਹਾਡੇ ਗ੍ਰਹਿ ਮੰਤਰੀ, ਮੇਰਾ ਖਿਆਲ ਗ੍ਰਹਿ ਮੰਤਰੀ ਸਨ ਰਾਜਨਾਥ ਸਿੰਘ, ਉਹਨਾਂ ਨੇ ਰਕੇਸ਼ ਟਕੈਤ ਦੀ ਮਦਦ ਕੀਤੀ। ਲੇਕਿਨ ਅੱਜ ਹਾਲਾਤ ਕੀ ਨੇ ਕਿ ਜਿਹੜਾ ਰਾਸ਼ਟਰੀ ਲੋਕ ਦਲ ਹੈ, ਚੌਧਰੀ ਚਰਨ ਸਿੰਘ ਦਾ ਬੇਟਾ ਅਜੀਤ ਸਿੰਘ, ਸਭ ਤੋਂ ਪਹਿਲਾਂ ਵੀਰਵਾਰ ਵਾਲੇ ਦਿਨ ਜਿੱਦਣ ਇਹ ਭਾਵਕ ਹੁੰਦੇ ਨੇ, ਸਭ ਤੋਂ ਪਹਿਲਾਂ ਰਾਸ਼ਟਰੀ ਲੋਕ ਦਲ ਜਿਹੜਾ ਆ ਉਹ ਵੇਖਦਾ ਤੇ ਅਜੀਤ ਸਿੰਘ ਇਹਨਾਂ ਦੇ ਨਾਲ ਖਲੋਤੇ ਨੇ। ਲੇਕਿਨ ਪੰਜਾਬ ਦੇ ਵਿੱਚ ਦੇਖੋ, ਹੁਣ ਸਿਰਫ ਮੈਂ ਉਦਾਹਰਨ ਦੇਣ ਲੱਗਾ ਕਿ ਰਕੇਸ਼ ਟਕੈਤ ਨੂੰ ਮੈਂ ਸਿਆਸੀ ਨਹੀਂ ਕਹਿ ਰਿਹਾ, ਲੇਕਿਨ ਸਭ ਤੋਂ ਪਹਿਲਾਂ ਜਿਹੜਾ ਉੱਥੇ ਰਾਸ਼ਟਰੀ ਲੋਕ ਦਲ ਆ, ਤੁਸੀਂ ਮੰਨ ਕੇ ਚੱਲੋਗੇ ਕਿ ਉਹ ਸੱਤਾ ਤੋਂ ਬਾਹਰ ਆ, ਸਿਆਸੀ ਧਿਰ, ਉਹ ਕਹਿ ਰਿਹਾ ਕਿ ਅਸੀਂ ਤੇਰੇ ਨਾਲ ਖੜੇ ਹਾਂ। ਉਹਦੇ ਤੋਂ ਬਾਅਦ ਸਾਡੇ ਪੰਜਾਬ ਵਾਲੇ ਵੀ ਜਾਂਦੇ ਨੇ ਸਿਆਸਤਦਾਨ। ਪੰਜਾਬ ਦੇ ਵਿੱਚ ਕਿਸਾਨੀ ਕਾਨੂੰਨ ਦਾ ਪਹਿਲਾਂ ਹਾਮੀ ਭਰਦੇ ਰਹੇ, ਬਾਅਦ 'ਚ ਜਦੋਂ ਇੱਥੇ ਮਜਬੂਰੀ ਬਣ ਗਈ, ਕਹਿਤਾ ਅਸੀਂ ਨਾਲ ਨਹੀਂ ਹੈ, ਉੱਥੇ ਜਾ ਕੇ ਹਮਾਇਤ ਦੇ ਰਹੇ ਹੋ। ਔਰ ਤੀਸਰੀ ਧਿਰ, ਅਸੀਂ ਨਹੀਂ ਕਹਿ ਰਹੇ, ਇਹਨਾਂ ਦੇ ਆਪਣੇ ਹੀ ਇੱਕ ਸਾਬਕਾ ਮੌਜੂਦਾ ਸਿਆਸਤਦਾਨ ਜਿਹੜੇ ਆਪਣੇ ਰਾਮੂਵਾਲੀਆ ਜੀ ਨੇ, ਬਸੰਤ ਸਿੰਘ ਰਾਮੂਵਾਲੀਆ, ਉਹ ਜਾਂਦੇ ਨੇ ਟਕੈਤ ਸਾਹਿਬ ਦੇ ਕੋਲ। ਬਲਵੰਤ ਸਿੰਘ ਰਾਮੂਵਾਲੀ ਕਲਾਵੇ 'ਚ ਲੈ ਕੇ ਕਹਿੰਦੇ ਨੇ ਕਿ ਟਕੈਤ ਸਾਹਿਬ ਆਪਣਾ ਮੁਲਾਂਕਣ ਜ਼ਰੂਰ ਕਰਿਓ, ਇਹ ਦੇਖ ਲਿਓ ਕਿ ਜਿਹੜੀਆਂ ਸਿਆਸੀ ਧਿਰਾਂ ਤੁਹਾਡੀ ਹਮਾਇਤ ਕਰ ਰਹੀਆਂ ਨੇ, ਉਹ ਪਹਿਲਾਂ ਕਿਤੇ ਕਿਸਾਨ ਵਿਰੋਧੀ ਤਾਂ ਨਹੀਂ ਸੀ। ਇਹ ਨਸੀਹਤ ਇੱਕ ਸਿਆਸਤਦਾਨ ਦੂਸਰੇ ਸਿਆਸਤਦਾਨਾਂ ਪ੍ਰਤੀ ਦੇ ਰਿਹਾ। ਤੇ ਭਲਿਓ ਲੋਕੋ, ਜਦੋਂ ਪੰਜਾਬ ਦੀ ਕਿਸਾਨ ਲੀਡਰਸ਼ਿਪ ਨੇ ਪਹਿਲੇ ਕਹਿਤਾ ਸੀ ਕਿ ਸਾਨੂੰ ਇਹ ਸਿਆਸਤਦਾਨ ਮਨਜ਼ੂਰ ਨਹੀਂ ਹੈ, ਕਿਉਂਕਿ ਇਹ ਸਾਡੇ ਲਈ ਵਾਰਾਖਾਂਦੀ ਸਿਆਸਤ ਨਹੀਂ ਸੀ। ਕਿਸਾਨੀ ਹੱਕਾਂ ਲਈ ਲੜਨਾ ਕੋਈ ਵਾਰਾਖਾਂਦੀ ਸਿਆਸਤ ਨਹੀਂ ਸੀ। ਲੇਕਿਨ ਇਹਦੇ ਤੋਂ ਬਾਅਦ ਜੋ ਹਾਲਾਤ ਬਣੇ ਨੇ, ਜਿਸ ਤਰ੍ਹਾਂ ਸਿਆਸਤਦਾਨ ਸਰਗਰਮ ਹੋਏ ਨੇ, ਉਹ ਇੱਕ ਵਾਰਾਖਾਂਦੀ ਸਿਆਸਤ ਹੈ। ਸੋ ਫਿਰ ਅਸੀਂ ਕਿਤੇ ਅਜੇ ਖਤਮ ਨਹੀਂ ਹੋਏ, ਸਾਡੀ ਜੰਗ ਜਿਹੜੀ ਆ ਉਸੇ ਤਰ੍ਹਾਂ ਜਿਹੜੀ ਆ ਜਾਰੀ ਆ। ਬਿਲਕੁਲ ਠੀਕ ਹੈ। ਔਰ ਨਿਰਾਸ਼ ਹੋਣ ਦੀ ਲੋੜ ਨਹੀਂ, ਤਗੜੇ ਹੋਵੋ। ਔਰ ਜਿੱਥੇ ਵੀ ਕਿਤੇ ਲੱਗਦਾ ਹੈ
ਕੋਈ ਕਮੀ ਰਹਿ ਗਈ ਹੈ ਉਹਨੂੰ ਦਰੁਸਤ ਕੀਤਾ ਜਾ ਸਕਦਾ, ਵੱਡੀ ਗੱਲ ਨਹੀਂ। ਹੁਣ ਇਸ ਅੰਦੋਲਨ ਦੇ ਵਿੱਚ ਪੰਜਾਬੀ ਜਾਂ ਪੰਜਾਬ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਦੇ ਆਗੂ ਕਿਸ ਭੂਮਿਕਾ 'ਚ ਹੁੰਦੇ ਆ ਇਹ ਮੈਟਰ ਹੀ ਨਹੀਂ ਕਰਦਾ। ਤੁਸੀਂ ਜੰਗ ਜਿਹੜੀ ਵਿੱਢੀ ਸੀ ਉਹਨੂੰ ਜਿੱਤ ਚੁੱਕੇ ਹੋ, ਹੁਣ ਇਹਦੇ ਉੱਤੇ ਬਹੁਤੀ ਮੱਥਾਪੱਚੀ ਕਰਨ ਦੀ ਲੋੜ ਨਹੀਂ। ਸੰਘਰਸ਼ ਨੂੰ ਆਪਣੇ ਤਰੀਕੇ ਨਾਲ ਚਲਾਉਂਦੇ ਰਹੋ, ਲੇਕਿਨ ਨਿਰਾਸ਼ਾ ਬਿਲਕੁਲ ਨਾ ਆਉਣ ਦਿਓ। ਤੁਹਾਡੇ ਪਿੱਛੇ ਲੋਕ ਚਟਾਨ ਵਾਂਗ ਖੜੇ ਆ ਔਰ ਹੱਕਾਂ ਦੀ ਲੜਾਈ ਆ। ਇਹ ਕਿਸੇ ਧਰਮ ਦੇ ਖਿਲਾਫ ਨਹੀਂ, ਜਾਤ ਦੇ ਖਿਲਾਫ ਨਹੀਂ, ਕਿਸੇ ਦੇਸ਼ ਦੇ ਖਿਲਾਫ ਨਹੀਂ। ਔਰ ਇਸ ਦੇਸ਼ ਦੀਆਂ ਜਿੰਨੀਆਂ ਮਰਿਆਦਾਵਾਂ ਉਹਨਾਂ ਨੂੰ ਮੰਨਣ ਵਾਲੇ ਲੋਕ ਹੈ ਅਸੀਂ। ਤੁਸੀਂ ਆਪਣਾ ਇਹ ਪਰਚਮ ਬੁਲੰਦ ਰੱਖਿਓ ਤੇ ਇਹ ਡੈਫੀਨੇਟਲੀ ਜਿੱਤ ਦੇ ਦਰਵਾਜ਼ੇ ਤੇ ਖੜੇ ਹੋ। ਤੁਸੀਂ ਇਹਨੂੰ ਸੈਲੀਬ੍ਰੇਟ ਕਰਨ ਦਾ ਮੌਕਾ ਨਾ ਗਵਾਇਓ। ਮਿਹਰਬਾਨੀ।